कोई आवे संतो हर का जन संतो, मेरा प्रीतम जन संतो, मोहे मार्ग दिखलावे। कोई आवे संतो हर का जन संतो, मेरा प्रीतम जन संतो, मोहे मार्ग दिखलावे। ਸੁਰਤੀ ਦੇ ਕੇਂਦਰ। ਇਸ ਅਵਸਥਾ ਵਿੱਚ ਬੈਠਿਆਂ ਇਨਸਾਨ ਆਪਣੇ ਅੰਦਰ ਸੁਰਤੀ ਨੂੰ ਠਹਿਰਾਣ ਦੇ ਕਈ ਕੇਂਦਰ ਜਾਂ ਸੈਂਟਰ ਪ੍ਰਤੀਤ ਕਰਦਾ ਹੈ ਤੇ ਇਹਨਾਂ ਨਾਲ ਆਪਣੀ ਸੁਰਤ ਜੋੜ ਕੇ ਮਹਾ ਆਨੰਦ ਜਾਂ ਰਸ ਲੈਂਦਾ ਹੈ। ਇਸ ਮਹਾਰਸ ਦੇ ਸਾਹਮਣੇ ਦੁਨਿਆਵੀ ਰਸ ਬੜੇ ਮਾਮੂਲੀ ਪ੍ਰਤੀਤ ਹੁੰਦੇ ਨੇ। ਦੁਨੀਆ ਦੇ ਵਿੱਚ ਇਸਤਰੀ ਪੁਰਸ਼ ਦੇ ਪ੍ਰੇਮ ਜਾਂ ਭੋਗ ਬਿਲਾਸ ਨੂੰ ਬੜਾ ਵੱਡਾ ਰਸ ਮੰਨਿਆ ਗਿਆ ਤੇ ਸਾਰੀ ਦੁਨੀਆ ਇਸ ਦੇ ਪਿੱਛੇ ਪਾਗਲ ਹੋਈ ਫਿਰਦੀ ਹੈ। ਪਰ ਨਾਮ ਜਪਣ ਵਾਲੇ ਪੁਰਸ਼ ਨੂੰ ਰੱਬੀ ਪਿਆਰ ਵਿੱਚੋਂ ਇਹੋ ਜਿਹਾ ਰਸ ਆਉਂਦਾ ਕਿ ਗੂੰਗੇ ਦੀ ਮਠਿਆਈ ਵਾਂਗ ਉਹ ਉਸ ਨੂੰ ਇਨਸਾਨੀ ਬੋਲੀ ਵਿੱਚ ਦੱਸ ਹੀ ਨਹੀਂ ਸਕਦਾ। ਅਤੇ ਭਜਨ ਦਾ ਮਹਾਰਸ, ਭੋਗ ਬਿਲਾਸ ਅਤੇ ਹੋਰ ਵਿਸ਼ਿਆਂ ਦੇ ਰਸਾਂ ਤੋਂ ਇੰਟੈਂਸਿਟੀਵਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਸ ਦਾ ਪਿਛਲਾ ਅਸਰ ਵੀ ਦੂਸਰੇ ਵਿਸ਼ੇ ਵਿਕਾਰਾਂ ਵਾਂਗ ਕਮਜ਼ੋਰ ਜਾਂ ਸੁਸਤ ਤੇ ਨਿਰਾਸ਼ ਬਣਾਉਣ ਵਾਲੇ ਹਾਨੀਕਾਰਕ ਨਹੀਂ ਹੁੰਦੇ, ਸਗੋਂ ਸਿਹਤ ਵਾਸਤੇ ਬਹੁਤ ਲਾਭਦਾਇਕ ਹੁੰਦੇ ਨੇ। ਮਨ ਪਹਿਲਾਂ ਇਸ ਗੱਲ ਨੂੰ ਨਹੀਂ ਸਮਝਦਾ ਤੇ ਭਜਨ ਕਰਦਿਆਂ ਵੀ ਸਰੀਰਕ ਸੁੱਖਾਂ ਵੱਲ ਤਾਂਘਦਾ ਰਹਿੰਦਾ, ਪਰ ਹੌਲੀ-ਹੌਲੀ ਬੰਦਗੀ ਦਾ ਮਹਾਰਸ ਦੁਨਿਆਵੀ ਰਸ ਦੇ ਸਾਹਮਣੇ ਸਭ ਤੋਂ ਉੱਚਾ ਪ੍ਰਤੀਤ ਹੁੰਦਾ ਹੈ। ਆਖਰ ਉਸ ਨੂੰ ਸਮਝ ਆ ਜਾਂਦੀ ਹੈ ਕਿ ਦੁਨੀਆ ਦੇ ਵੱਡੇ ਤੋਂ ਵੱਡੇ ਰਸ ਵੀ ਨਾਮ ਦੇ ਮਹਾਰਸ ਦੀ ਬਰਾਬਰੀ ਨਹੀਂ ਕਰ ਸਕਦੇ। ਜਾਂ ਇਸ ਤਰ੍ਹਾਂ ਆਖੋ ਕਿ ਦੁਨੀਆ ਦੇ ਰਸ ਛੁੱਟਦੇ ਹੀ ਉਦੋਂ ਨੇ ਜਦੋਂ ਮਨ ਨੂੰ ਭਜਨ ਦਾ ਮਹਾਰਸ ਮਿਲ ਜਾਏ ਤੇ ਉਹ ਉਸ ਰਸ ਦੇ ਸਾਹਮਣੇ ਦੁਨਿਆਵੀ ਰਸਾਂ ਨੂੰ ਫਿੱਕਾ ਤੇ ਮਾਮੂਲੀ ਪ੍ਰਤੀਤ ਕਰ ਲਵੇ। ਮਨ ਅਸਲ ਅਰਥਾਂ ਵਿੱਚ ਕਿਸੇ ਸਵਾਦ ਨੂੰ ਉਦੋਂ ਹੀ ਛੱਡਦਾ ਹੈ ਜਦੋਂ ਉਸ ਤੋਂ ਚੰਗਾ ਸਵਾਦ ਕਿਸੇ ਹੋਰ ਪਾਸਿਓਂ ਨੂੰ ਮਿਲ ਜਾਵੇ। ਤਾਂ ਫਿਰ ਆਦਮੀ ਨੂੰ ਸਿਮਰਨ ਦਾ ਮਹਾਰਸ ਆ ਜਾਂਦਾ ਹੈ, ਮਨ ਤ੍ਰਿਪਤ ਤੇ ਸ਼ਾਂਤ ਹੋ ਜਾਂਦਾ ਹੈ ਤੇ ਉਸ ਨੂੰ ਹੌਲੀ-ਹੌਲੀ ਕਿਸੇ ਦੁਨਿਆਵੀ ਰਸ ਦੀ ਇੱਛਾ ਹੀ ਨਹੀਂ ਰਹਿੰਦੀ, ਕਿਉਂਕਿ ਸਿਮਰਨ ਦੇ ਮਹਾਰਸ ਵਿੱਚ ਸਭ ਦੁਨਿਆਵੀ ਰਸਾਂ ਦਾ ਬਲਕਿ ਉਹਦੇ ਨਾਲੋਂ ਵੀ ਸਭ ਤੋਂ ਵੱਧ ਸਵਾਦ ਹੁੰਦਾ ਹੈ। ਇਸੇ ਲਈ ਭਗਤ ਕਬੀਰ ਸਾਹਿਬ ਜ਼ਿਕਰ ਕਰਦੇ ਨੇ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਇਸ ਗੁਰੂ ਕੇ ਵਾਕ ਦੀ ਭਜਨੀਕ ਪੁਰਸ਼ ਨੂੰ ਹੀ ਸਮਝ ਆ ਸਕਦੀ ਹੈ। ਐਵੇਂ ਭਾਵੇਂ ਕਈ ਜਨਮ ਇਸ ਬਚਨ ਨੂੰ ਪਏ ਪੜੋ, ਇਸ ਵਿੱਚ ਲੁਕੀ ਹੋਈ ਸੱਚਾਈ ਨੂੰ ਬੰਦਗੀ ਕਰਨ ਵਾਲਾ ਹੀ ਸਮਝ ਸਕਦਾ ਹੈ। ਦਸਮ ਦੁਆਰ। ਸੁਰਤੀ ਨੂੰ ਠਹਿਰਾਣ ਦੇ ਕੇਂਦਰ 6 ਹੁੰਦੇ ਨੇ। ਧੁੰਨੀ ਤੋਂ ਹੇਠਾਂ ਧੁੰਨੀ, ਹਿਰਦਾ, ਗਲਾ, ਨੱਕ ਤੇ ਅੱਖਾਂ ਦੇ ਵਿਚਕਾਰਲੀ ਜਗ੍ਹਾ ਅਤੇ ਸਿਰ ਦਾ ਉਤਲਾ ਹਿੱਸਾ, ਜਿੱਥੇ ਹਿੰਦੂ ਬੋਦੀ ਰੱਖਦੇ ਨੇ ਤੇ ਸਿੱਖ ਆਮ ਕਰਕੇ ਜੂੜਾ ਕਰਦੇ ਨੇ। ਸਿਰ ਜਾਂ ਤਾਲੂ ਵਿੱਚ ਸੁਰਤੀ ਜੋੜਨ ਨਾਲ ਆਨੰਦ ਤੇ ਰਸ ਦੀ ਕੋਈ ਹੱਦ ਨਹੀਂ ਰਹਿੰਦੀ। ਮਨ ਮਤਵਾਲਾ ਤੇ ਬੇਹੋਸ਼ ਹੋ ਜਾਂਦਾ ਹੈ। ਗੁਰਬਾਣੀ ਵਿੱਚ ਇਸ ਥਾਂ ਨੂੰ 10ਵਾਂ ਦੁਆਰ ਲਿਖਿਆ ਹੈ। ਇਸ ਸਥਾਨ ਦੀ ਅਸਚਰਜ ਉਪਮ ਹੈ, ਪਰ ਇੱਥੇ ਪਹੁੰਚਣ ਵਾਸਤੇ ਕਾਹਲੀ ਨਹੀਂ ਕਰਨੀ ਚਾਹੀਦੀ। ਮੈਂ ਕਾਹਲੀ ਕਰਨ ਦੇ ਨਤੀਜੇ ਬੜੇ ਭਿਆਨਕ ਵੇਖੇ ਨੇ। ਇਸ ਸਥਾਨ ਤੇ ਪੂਰਨ ਅਭਿਆਸੀ ਪੁਰਸ਼ ਨੂੰ ਹੀ ਪਹੁੰਚਣਾ ਚਾਹੀਦਾ ਹੈ। ਔਰ ਇੱਕ ਐਸਾ ਰਸਦਾਇਕ ਸਥਾਨ ਹੈ ਕਿ ਇਥੋਂ ਮੁੜਨ ਨੂੰ ਜੀ ਨਹੀਂ ਕਰਦਾ। ਇਸ ਅਸਥਾਨ ਵਿੱਚ ਸਮਾਧੀ ਪੈਦਾ ਹੋ ਜਾਂਦੀ ਹੈ ਤੇ ਸੁਰਤੀ ਬੇਹੋਸ਼ ਹੋ ਜਾਂਦੀ ਹੈ
ਤੇ ਮਹਾਂਪੁਰਖ ਇਸ ਅਸਥਾਨ ਵਿੱਚ ਸਮਾ ਜਾਂਦੇ ਨੇ। ਇਸ ਅਵਸਥਾ ਦੇ ਰਸ ਮਾਨਣ ਵਾਲੇ ਮਹਾਂਪੁਰਖ ਨੂੰ ਦੁਨਿਆਵੀ ਜ਼ਿੰਦਗੀ ਵਿੱਚ ਬਹੁਤ ਘੱਟ ਦਿਲਚਸਪੀ ਰਹਿ ਜਾਂਦੀ ਹੈ। ਮੈਂ ਜਦੋਂ ਇਸ ਸਥਾਨ ਤੋਂ ਵਾਪਸ ਉਤਰਦਾ ਤਾਂ ਸਾਰੀ ਦੁਨੀਆ ਬੜੀ ਓਪਰੀ, ਬੇਗਾਨੀ, ਭੁੱਲੀ ਭਟਕਦੀ ਤੇ ਡਾਵਾਂਡੋਲ ਪ੍ਰਤੀਤ ਹੁੰਦੀ ਹੈ। ਇਸ ਅਵਸਥਾ ਦੇ ਮਗਰੋਂ ਮੈਨੂੰ ਕਈ ਦਿਨ ਇਸ ਮਾਤ ਲੋਕ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ ਅਤੇ ਮੈਨੂੰ ਆਪਣੇ ਮਨ ਨੂੰ ਇੱਥੋਂ ਦੀਆਂ ਦਿਲਚਸਪੀਆਂ ਤੇ ਸੋਹਣੀਆਂ ਗੱਲਾਂ, ਇੱਥੋਂ ਦੇ ਰਸ ਯਾਦ ਕਰਾਉਣੇ ਪੈਂਦੇ ਨੇ ਅਤੇ ਦੁਨੀਆ ਵਿੱਚ ਦਿਲ ਲਗਾਉਣ ਦੇ ਕਈ ਯਤਨ ਕਰਨੇ ਪੈਂਦੇ ਨੇ। ਇੱਕ ਮਹਾਂਪੁਰਖ ਆਖਦੇ ਸਨ, ਦੁਨੀਆਦਾਰਾਂ ਨੂੰ ਇਸ ਅਵਸਥਾ ਵਿੱਚ ਬਹੁਤਾ ਨਹੀਂ ਜਾਣਾ ਚਾਹੀਦਾ, ਕਿਉਂਕਿ ਫਿਰ ਉਹਨਾਂ ਦੁਨੀਆ ਦੇ ਕੰਮਕਾਰ ਦੇ ਲਾਇਕ ਨਹੀਂ ਰਹਿੰਦੇ। ਕਿਸੇ ਕੰਮ ਵਿੱਚ ਖੁੱਭ ਕੇ ਮਿਹਨਤ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਇਸ ਸਥਾਨ ਦੀ ਮਿੱਠੀ ਯਾਦ ਸੁਪਨੇ ਵਿੱਚ ਪਾਤਸ਼ਾਹੀ ਭੋਗਣ ਵਾਂਗ ਬਾਰ-ਬਾਰ ਆਉਂਦੀ ਰਹਿੰਦੀ। ਅਭਿਆਸੀਆਂ ਨੂੰ ਇਸ ਅਵਸਥਾ ਵਿੱਚ ਜ਼ਿਆਦਾ ਅਭਿਆਸ ਉਦੋਂ ਹੀ ਕਰਨਾ ਚਾਹੀਦਾ ਹੈ ਜਦੋਂ ਉਹ ਪ੍ਰਚਾਰ ਜਾਂ ਪਰਉਪਕਾਰ ਦਾ ਕੰਮ ਖਤਮ ਕਰ ਚੁੱਕੇ ਹੋਣ, ਕਿਉਂਕਿ ਇਸ ਅਵਸਥਾ ਵਿੱਚ ਪਹੁੰਚ ਕੇ ਫਿਰ ਸਰੀਰਕ ਜੀਵਨ ਦੀ ਇੱਛਾ ਘਟ ਜਾਂਦੀ ਹੈ ਤੇ ਸੱਚ ਵਿੱਚ ਸਮਾ ਜਾਣ ਦੀ ਇੱਛਾ ਤੀਬਰ ਹੋ ਜਾਂਦੀ ਹੈ। ਇਸ ਅਵਸਥਾ ਦਾ ਜ਼ਿਆਦਾ ਅਭਿਆਸ ਉਹੀ ਕਰਨ ਜਿਹੜੇ ਆਪਣੇ ਆਪ ਨੂੰ ਇਸ ਲਾਇਕ ਅਤੇ ਤਿਆਰ ਸਮਝਣ। ਗੁਰਬਾਣੀ ਵਿੱਚ ਇਸ ਸਥਾਨ ਦੀ ਬਾਬਤ ਕਈ ਥਾਵਾਂ ਤੇ ਜ਼ਿਕਰ ਹੈ। ਜਿਵੇਂ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਤਿੰਨਾ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਜਾਂ ਸਤਿਗੁਰੂ ਇਸ ਤਰ੍ਹਾਂ ਵੀ ਆਖਦੇ ਨੇ, ਝੁਨਤਕਾਰ ਅਨਹਦ ਘਣ ਘੋਰੰ, ਤ੍ਰਿਕੁਟੀ ਭੀਤਰ ਅਤ ਛਬ ਜੋਰੰ। ਜਾਂ ਪੰਚ ਸ਼ਬਦ ਤੈ ਪੂਰਨ ਨਾਦ, ਅਨਹਦ ਬਾਜੈ ਅਚਰਜ ਬਿਸਮਾਦ। ਫਿਰ ਸਤਿਗੁਰੂ ਆਖਦੇ ਨੇ, ਬਿਰਲੇ ਪਾਵੈ ਉਹ ਬਿਸਰਾਮ। ਅਤੇ ਫਿਰ ਕਹਿੰਦੇ ਨੇ, ਡਿਗ ਨਾ ਡੋਲੈ ਕਤਹੂ ਧਾਵੈ, ਗੁਰ ਪ੍ਰਸਾਦ ਕੋ ਇਹ ਮਹਿਲ ਪਾਵੈ। ਭਗਤ ਕਬੀਰ ਜੀ ਆਖਦੇ ਨੇ, ਦਿਨਸ ਨਾ ਰਹਿਣ ਬੇਦ ਨਹੀਂ ਸ਼ਾਸਤਰ, ਤਹਾਂ ਬਸੈ ਨਿਰੰਕਾਰਾ। ਦਸਮ ਦੁਆਰ ਤੋਂ ਹੇਠਾਂ ਦੇ ਕੇਂਦਰ ਵੀ ਸੁਰਤੀ ਨੂੰ ਟਿਕਾਣ ਨਾਲ ਬੜਾ ਆਨੰਦ ਦਿੰਦੇ ਨੇ, ਬੜਾ ਰਸ ਉਪਜਦਾ ਹੈ। ਅਭਿਆਸ ਦੇ ਸ਼ੁਰੂ ਵਿੱਚ ਹੇਠਲੇ ਕੇਂਦਰਾਂ ਵਿੱਚ ਹੀ ਸੁਰਤੀ ਟਿਕਾਉਣੀ ਚਾਹੀਦੀ ਹੈ। ਜਿਵੇਂ ਜਿਵੇਂ ਅਭਿਆਸ ਵੱਧਦਾ ਜਾਵੇ, ਆਪਣੇ ਆਪ ਤੇ ਕਾਬੂ ਹੁੰਦਾ ਜਾਏ, ਫਿਰ ਉਤਲੇ ਕੇਂਦਰਾਂ ਵੱਲ ਹੌਲੀ-ਹੌਲੀ ਵਧਣਾ ਚਾਹੀਦਾ। ਭਾਵੇਂ ਅੱਜ-ਕੱਲ ਅਭਿਆਸੀ ਮਹਾਂਪੁਰਖ ਵਿਰਲੇ ਹੀ ਨਜ਼ਰ ਆਉਂਦੇ ਨੇ ਤੇ ਜੇ ਹੁਣ ਵੀ ਤਾਂ ਲੁਕ ਕੇ ਰਹਿਣਾ ਪਸੰਦ ਕਰਦੇ ਨੇ, ਪਰ ਫਿਰ ਵੀ ਜੇ ਕਿਸੇ ਅਭਿਆਸੀ ਪੁਰਸ਼ ਦੀ ਨਿਗਰਾਨੀ ਜਾਂ ਸੰਗਤ ਵਿੱਚ ਅਭਿਆਸ ਕਮਾਈ ਕੀਤੀ ਜਾਵੇ ਤਾਂ ਬੜੀ ਲਾਭਦਾਇਕ ਗੱਲ ਹੈ। ਹਰੇਕ ਬੰਦੇ ਲਈ ਵੱਖਰੀਆਂ-ਵੱਖਰੀਆਂ ਔਕੜਾਂ ਹੋ ਸਕਦੀਆਂ ਨੇ, ਜਿਨ੍ਹਾਂ ਨੂੰ ਸਮਝਣ ਵੇਲੇ ਤੇ ਮੌਕੇ ਦੀ ਮਦਦ ਤੇ ਸਲਾਹ ਬੜੇ ਲਾਭਦਾਇਕ ਹੁੰਦੇ ਨੇ। ਅਫਸੋਸ ਹੈ ਕਿ ਖਾਲਸਾ ਕੌਮ ਦੇ ਕਾਲਜ ਤੇ ਸਕੂਲ, ਜਿੱਥੇ ਦੁਨੀਆਦਾਰੀ ਦੀ ਵਿਦਿਆ ਮਿਲੇ, ਇਹੋ ਜਿਹੇ ਬਹੁਤ ਨੇ, ਪਰ ਇਹੋ ਜਿਹਾ ਕੋਈ ਖਾਸ ਆਸ਼ਰਮ ਨਹੀਂ ਜਿੱਥੇ ਨਾਮ ਅਭਿਆਸ ਕਮਾਈ ਸੰਬੰਧੀ ਅਭਿਲਾਸ਼ੀ ਲੋਕਾਂ ਨੂੰ ਸਹਾਇਤਾ ਤੇ ਸਲਾਹ ਮਿਲ ਸਕੇ। ਸਿਮਰਨ ਦੇ ਮਾਰਗ ਸੰਬੰਧੀ ਵੀ ਕੋਈ ਤਸੱਲੀ ਬਖਸ਼ ਪ੍ਰਬੰਧ ਨਾ ਹੋਣ ਕਰਕੇ ਬੜੇ-ਬੜੇ ਇੱਛਕ ਲੋਕਾਂ ਨੂੰ ਵੀ ਮੇਰੇ ਵਾਂਗ ਕਈ ਵਾਰ ਵਰ੍ਹਿਆਂ ਤੱਕ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਪਹੁੰਚਣ ਲਈ ਉਡੀਕਣਾ ਪੈਂਦਾ ਹੈ। ਸਿਮਰਨ ਵਿੱਚ ਬੈਠਿਆਂ-ਬੈਠਿਆਂ ਕਈ ਵਾਰ ਸਿਰ ਵਿੱਚੋਂ ਪੋਲੇ-ਪੋਲੇ ਕੜਾਕੇ ਨਿਕਲਦੇ ਨੇ, ਜਿਨ੍ਹਾਂ ਵਿੱਚੋਂ ਡਰਨਾ ਜਾਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਹ ਇਸ ਮਾਰਗ ਦੀ ਨਿਸ਼ਾਨੀ ਹੈ। ਇਹਨਾਂ ਕੜਾਕਿਆਂ ਦਾ ਪਿੱਛੋਂ ਬੜਾ ਸਵਾਦ ਆਉਂਦਾ ਹੈ ਤੇ ਹਰ ਕੜਾਕੇ ਮਗਰੋਂ ਸ਼ਾਂਤੀ ਦੀ ਲਹਿਰ ਉੱਠਦੀ ਹੈ। ਨਾੜਾਂ ਆਪਣੀ ਅਸਲੀ ਹਾਲਤ ਵਿੱਚ ਆਉਂਦੀਆਂ ਨੇ।
ਸ਼੍ਰੀਮਾਨ ਭਾਈ ਸਾਹਿਬ ਗੁਰਬਖਸ਼ ਸਿੰਘ ਜੀ ਜੱਬੋਵਾਲ ਵਾਲੇ, ਜਦੋਂ ਪਹਿਲਾਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਤਾਂ ਮੈਂ ਸੁਣ ਕੇ ਚੁੱਪ ਕਰ ਗਿਆ, ਪਰ ਪਿੱਛੋਂ ਜਦੋਂ ਮੇਰੇ ਵਿੱਚੋਂ ਕੜਾਕੇ ਨਿਕਲਣ ਅਤੇ ਬੜਾ ਆਨੰਦ ਆਵੇ ਤਾਂ ਮੈਂ ਉਹਨਾਂ ਨੂੰ ਬੜਾ ਯਾਦ ਕਰਦਾ ਸਾਂ। ਉਹ ਆਪ ਬੜੀ ਉੱਚ ਅਵਸਥਾ ਦੇ ਮਹਾਤਮਾ ਸਨ ਤੇ ਨਾਮ ਕਮਾਈ ਤੇ ਪ੍ਰਚਾਰ ਦਾ ਜੀਵਨ ਬਤੀਤ ਕਰਦੇ ਸਨ। ਜਦੋਂ ਮੈਂ ਉਹਨਾਂ ਨੂੰ 1918 ਵਿੱਚ ਪਹਿਲਾਂ ਪਹਿਲ ਮਿਲਿਆ ਤਾਂ BA ਦਾ ਇਮਤਿਹਾਨ ਦੇ ਕੇ ਹਟਿਆ ਸਾਂ। ਇੱਕ ਦਿਨ ਆਪ ਮੈਨੂੰ ਬੁਲਾ ਕੇ ਕਹਿਣ ਲੱਗੇ, ਇਮਤਿਹਾਨ ਦਾ ਫਿਕਰ ਨਾ ਕਰਿਆ ਕਰ, ਤੂੰ ਪਾਸ ਹੋ ਜਾਣਾ। ਤੂੰ ਨਾਮ ਸਿਮਰਨ ਦਾ ਅਭਿਆਸ ਕਰ, ਕਿਸੇ ਦਿਨ ਇਸ ਦਾ ਫਲ ਪ੍ਰਤੱਖ ਵੇਖੇਗਾ। ਪਾਸ ਹੋ ਜਾਣ ਮਗਰੋਂ ਮੈਂ ਮਹਾਂਪੁਰਖਾਂ ਦੇ ਨਾਮ ਸਿਮਰਨ ਦੇ ਉਪਦੇਸ਼ ਨੂੰ ਯਾਦ ਕਰਕੇ ਬੜਾ ਉਤਸ਼ਾਹਤ ਅਤੇ ਦ੍ਰਿੜਤਾ ਹਾਸਲ ਕਰਦਾ ਸਾਂ। ਮੇਰੇ ਜੀਵਨ ਵਿੱਚ ਸ਼ਾਇਦ ਇਹ ਪਹਿਲੇ ਮਹਾਂਪੁਰਸ਼ ਸਨ ਜਿਨ੍ਹਾਂ ਨਾਲ ਸਿਮਰਨ ਬਾਰੇ ਗੱਲਬਾਤ ਕਰਨ ਦਾ ਮੈਨੂੰ ਕੁਦਰਤ ਵੱਲੋਂ ਮੌਕਾ ਦਿੱਤਾ ਗਿਆ ਸੀ।